ਜਿਸਨੂੰ ਨਾਮ ਦੇ ਸੋ ਪਾਏ। ਤੀਸਰੇ ਪਾਤਸ਼ਾਹ ਫਰਮਾਨ ਕਰਦੇ, ਜਿਸਨੂੰ ਨਾਮ ਦੀ ਬਖਸ਼ਿਸ਼ ਮਹਾਰਾਜ ਕਰਦਾ ਉਹੀ ਪਾਉਂਦਾ। ਗੁਰ ਕੈ ਸ਼ਬਦ ਹਰ ਮਨ ਵਸਾਏ। ਉਹ ਗੁਰੂ ਦੁਆਰਾ ਦਿੱਤਾ ਹੋਇਆ ਸ਼ਬਦ ਉਹ ਮਨ ਚ ਵਸਾਉਂਦਾ। ਗੁਰ ਕਿਰਪਾ ਤੇ ਨਾਮ ਵਸਿਆ ਘਟ ਅੰਤਰ, ਨਾਮੋ ਨਾਮ ਤੇ ਆਇਂਦਾ। ਗੁਰੂ ਦੀ ਕਿਰਪਾ ਹੋ ਜਾਏ ਤਾਂ ਨਾਮ ਘਟ ਦੇ ਅੰਦਰ, ਸਰੀਰ ਦੇ ਅੰਦਰ ਵਸ ਜਾਂਦਾ, ਮਨ ਚ ਉਸ ਨੂੰ ਧਾਰਨ ਕਰ ਲੈਂਦਾ। ਨਾਮੋ ਨਾਮ ਤੇ ਆਇਂਦਾ। ਨਾਵੇਂ ਨੂੰ ਲੋਚੇ ਜੇਤੀ ਸਭ ਆਈ। ਸਾਰੇ ਇੱਛਾ ਕਰਦੇ ਨੇ ਵੀ ਅਸੀਂ ਵੀ ਨਾਮ ਜਪੀਏ। ਨਾਵੇਂ ਨੂੰ ਲੋਚੇ ਜੇਤੀ ਸਭ ਆਈ। ਨਾਮ ਤੇ ਨਾ ਮਿਲੇ ਤੁਰ ਪੁਰਬ ਕਮਾਈ। ਲੇਕਿਨ ਨਾਮ ਪਰਮੇਸ਼ਰ ਦਾ ਜਪਣ ਉਹਨਾਂ ਨੂੰ ਹੀ ਮਿਲਦਾ ਹੈ ਜਿਹਨਾਂ ਪਿਛਲੇ ਜਨਮਾਂ ਦੀ ਵੀ ਕਮਾਈ ਹੁੰਦੀ ਹੈ। ਜਿਨੀ ਨਾਮ ਪਾਇਆ ਸੇ ਵਡ ਭਾਗੀ। ਗੁਰ ਕੇ ਸ਼ਬਦ ਮਿਲਾਇਂਦਾ। ਜਿਨ੍ਹਾਂ ਨੇ ਨਾਮ ਦੀ ਪ੍ਰਾਪਤੀ ਕੀਤੀ ਹੈ ਉਹ ਵੱਡਿਆਂ ਭਾਗਾਂ ਵਾਲੇ ਨੇ। ਗੁਰੂ ਕੇ ਸ਼ਬਦ ਮਿਲਾਇਂਦਾ। ਗੁਰੂ ਦਾ ਸ਼ਬਦ ਨੂੰ ਅਕਾਲ ਪੁਰਖ ਨਾਲ ਮਿਲਾ ਦਿੰਦਾ। ਕਾਇਆ ਕੋਟ ਅਪਾਰਾ, ਜਿਸ ਵਿੱਚ ਮੈਂ ਪ੍ਰਭ ਕਰੇ ਵਿਚਾਰ। ਇਹ ਕਾਇਆ ਕੋਟ ਪਰਮੇਸ਼ਰ ਨੇ ਕਿਲਾ ਬਣਾਇਆ, ਜਿਹੜਾ ਸਰੀਰ ਰੂਪ ਵਿੱਚ ਪਰਮੇਸ਼ਰ ਆਪ ਕੇ ਕੋਟ ਦੇ ਵਿੱਚ ਬੈਠ ਕੇ ਵਿਚਾਰ ਕਰਦੇ ਨੇ, ਜਾਂ ਆਪਣੇ ਹਿਰਦੇ ਚ ਜਗਿਆਸੂ ਪ੍ਰੇਮੀ ਭਗਤ ਵਿਚਾਰ ਕਰਦਾ। ਇਸ ਬਹਿ ਪ੍ਰਭ ਕਰੇ ਵਿਚਾਰ, ਪ੍ਰਭੂ ਦਾ ਵਿਚਾਰ ਕਰਦਾ ਬੈਠ ਕੇ। ਸੱਚਾ ਨਿਆਉ ਸੱਚੋ ਬਾਪਾਰਾ, ਨੇ ਚਲ ਬਾਸਾ ਪਾਇਂਦਾ। ਸੱਚਾ ਨਿਆਉ ਪਰਮੇਸ਼ਰ ਦਾ, ਉਹ ਸੱਚੇ ਵਪਾਰਾ। ਵਪਾਰ ਵੀ ਪਰਮੇਸ਼ਰ ਦਾ ਸੱਚਾ ਹੈ। ਨੇਚਲ ਵਾਸਾ ਪਾਇਂਦਾ। ਜਿਹੜਾ ਜੀਵ ਇਸ ਪਰਮੇਸ਼ਰ ਦੇ ਸੱਚੇ ਵਪਾਰ ਲੱਗਦਾ, ਪਰਮੇਸ਼ਰ ਦੇ ਨਾਮ ਜਪਣ ਲੱਗ ਜਾਂਦਾ ਹੈ, ਉਹ ਨੇਚਲ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ। ਐਸੀ ਕਿਰਪਾ ਬਖਸ਼ਿਸ਼ ਉਸ ਤੇ ਹੋ ਜਾਂਦੀ ਹੈ। ਗੌਤਮ ਰਿਸ਼ੀ ਆਪਣੇ ਸੇਵਕਾਂ ਨਾਲ ਲਾਸ਼ਾਂ 'ਚ ਬੈਠੇ ਨੇ। ਬਹੁਤ ਸਾਰੇ ਸੇਵਕ ਬੈਠੇ ਨੇ ਜਿਨ੍ਹਾਂ ਨੂੰ ਗਿਆਨ ਉਪਦੇਸ਼ ਕਰ ਰਹੇ ਨੇ ਗੌਤਮ ਰਿਸ਼ੀ। 10-12 ਸਾਲ ਦਾ ਇੱਕ ਬ੍ਰਹਮਚਾਰੀ ਲੜਕਾ ਉੱਥੇ ਆ ਗਿਆ। ਨਮਸਕਾਰ ਕਰਕੇ ਬੇਨਤੀ ਕੀਤੀ, ਮਹਾਰਾਜ ਮੈਂ ਆਪ ਦੀ ਸ਼ਰਨ ਆਇਆ, ਕਿਰਪਾ ਕਰਕੇ ਮੈਨੂੰ ਵੀ ਗਿਆਨ ਦੀ ਬਖਸ਼ਿਸ਼ ਕਰੋ। ਬੜੇ ਪਿਆਰ ਨਾਲ ਸਤਿਕਾਰ ਨਾਲ ਉਸਨੇ ਬੋਲਿਆ। ਜਦੋਂ ਗੌਤਮ ਰਿਸ਼ੀ ਕਹਿਣ ਲੱਗੇ, ਆਪ ਦਾ ਬੇਟਾ ਗੋਤਰ ਕੀ ਹੈ? ਆਪ ਦਾ ਨਾਮ ਕੀ ਹੈ? ਆਪ ਦੇ ਪਿਤਾ ਦਾ ਨਾਮ ਕੀ ਹੈ? ਹੱਥ ਜੋੜ ਕੇ ਕਹਿਣ ਲੱਗਾ, ਮੈਨੂੰ ਗੋਤਰ ਤਾਂ ਪਤਾ ਨਹੀਂ, ਨਾ ਹੀ ਮੈਨੂੰ ਮੇਰੇ ਪਿਤਾ ਦਾ ਨਾਮ ਪਤਾ ਹੈ। ਜਿਹੜੇ ਲੜਕੇ ਬੈਠੇ ਸਾਰੇ ਹੱਸਣ ਲੱਗ ਪਏ। ਕੈਸਾ ਇਹ ਲੜਕਾ ਹੈ, 10-12 ਸਾਲਾਂ ਦਾ ਹੈ, ਇਹਨੂੰ ਆਪਣੇ ਪਿਤਾ ਦਾ ਨਾਮ ਹੀ ਨਹੀਂ ਪਤਾ, ਨਾ ਇਹਨੂੰ ਗੋਤਰ ਪਤਾ। ਇੱਕ ਵਿੱਚੋਂ ਕਹਿਣਗੇ ਛੋਟੀ ਜਾਤ ਦਾ ਹੋਣਾ, ਤਾਂ ਆਪਣਾ ਗੋਤਰ ਨਹੀਂ ਦੱਸਦਾ। ਵਿੱਚੋਂ ਇੱਕ ਹੱਸਦਾ ਹੱਸਦਾ ਕਹਿਣ ਲੱਗੇ, ਇਹਨੂੰ ਪਿਓ ਦਾ ਹੀ ਨਹੀਂ ਪਤਾ, ਵਿਸਵਾ ਦਾ ਪੁੱਤਰ ਹੋਏਗਾ ਫਿਰ। ਇੱਦਾਂ ਦੀ ਗੱਲਾਂ ਕਰਨ ਉਹ ਲੜਕਾ ਦੇਖਦਾ ਸਾਰੇ ਪਾਸੇ, ਸਾਰੇ ਮਜ਼ਾਕ ਕਰਦੇ ਨੇ। ਲੇਕਿਨ ਗੌਤਮ ਰਿਸ਼ੀ ਬੜੇ ਗੰਭੀਰਤਾ ਨਾਲ ਕਹਿਣ ਲੱਗੇ, ਬੇਟਾ ਆਪਣੀ ਮਾਤਾ ਨੂੰ ਆਪਣੇ ਪਿਤਾ ਦਾ ਔਰ ਗੋਤਰ ਪੁੱਛ ਗਿਆ। ਹੱਥ ਜੋੜੇ ਨਮਸਕਾਰ ਕੀਤੀ, ਠੀਕ ਹੈ ਮਹਾਰਾਜ। ਇਹ ਬਾਲਕ ਚਲਾ ਗਿਆ ਆਪਣੇ ਮਾਤਾ ਕੋਲ, ਪੁੱਛਦਾ, ਗੁਰੂਦੇਵ ਨੇ ਮੈਨੂੰ ਹੁਕਮ ਕੀਤਾ ਆਪਣੇ ਗੋਤਰ ਦਾ ਪਤਾ ਲਗਾ ਕੇ ਆਓ ਔਰ ਪਿਤਾ ਦਾ ਨਾਮ ਪੁੱਛ ਕੇ ਆਓ, ਕਿਉਂਕਿ ਇਹਦੀ ਬੜੀ ਇੱਛਾ ਸੀ ਮੈਂ ਗਿਆਨ ਪ੍ਰਾਪਤ ਕਰਾਂ। ਤੇ ਮਾਤਾ ਤੋਂ ਆਗਿਆ ਲੈ ਕੇ ਗਿਆ ਸੀ ਗੌਤਮ ਰਿਸ਼ੀ ਕੋਲ, ਵੀ ਮੈਂ ਜ਼ਰੂਰ ਗਿਆਨ ਪ੍ਰਾਪਤ ਕਰਨਾ। ਮਾਤਾ ਕਹਿਣ ਲੱਗੀ, ਬੇਟਾ ਮੈਂ ਬੜੇ ਪੁਰਸ਼ਾਂ ਦੇ ਸੰਪਰਕ 'ਚ ਰਹੀ, ਮੈਂ ਨਹੀਂ ਜਾਣਦੀ ਤੇਰਾ ਪਿਤਾ ਕੌਣ ਹੈ, ਨਾ ਮੈਨੂੰ ਉਹਦਾ ਗੋਤਰ ਪਤਾ। ਜਵਾਲਾ ਮੇਰਾ ਨਾਮ ਹੈ। ਕਿੰਨਾ ਤੂੰ ਰਿਸ਼ੀ ਨੂੰ ਦੱਸ ਦੇ ਵੀ ਮਾਤਾ ਦਾ ਨਾਂ ਜਵਾਲਾ ਹੈ,
लेकिन पिता का ना गोत्र पता है ना नाम पता है। और मेरा नाम ही अजे तक कोई नहीं रखा माता ने, बेटा करके बुला लेंदी। बालक गया वापस, जाके नमस्कार किया गौतम ऋषि ने। कहने लगा महाराज मैं माता ने मिल के आया। माता ने दसिया मैं बड़े पुरुषों के संपर्क च रही, जिस करके मैनू तेरे पिता का नाम नहीं पता, ना मैं उसका गोत्र जानती। आ मेरी माता का नाम ज्वाला है। गौतम ऋषि बड़े प्रसन्न, देखो किस तरह इसने अपना सच सारा कुछ बयान कर दिता। दूसरा लड़का होंदा तो सारी गल्लां छुपा लेंदा, ने सच्ची सच्ची गल कर दी। गौतम ऋषि कहणगे तो सत्याकाम है, तो सत्याकाम ही उसका नाम पै गया। जिस निडरता दे नाल, जिस अभूतपूर्व ज्ञान की प्राप्ति वास्ते तो ये सारी गल्लां कहियां, बड़ा मैं प्रसन्न। जो सच बोलता वो ब्राह्मण हुंदा, मैं तेनों ब्राह्मण समझदा। तेरे जात कर्म मैं सारे करांगा। लड़के बड़े हैरान हुए, देखो बेसवा का पुत्र है और साढ़े ऋषि कहते मैं ही तेरे जात कर्म करांगा, क्योंकि वो लड़के ने ना जनेऊ पाया, ना तिलक लगाया, ना कोई चिन्ह ऐसा है जिससे पता लगे ब्राह्मण है। गौतम ऋषि में कहते सारा कुछ मैं ही कर दांगा। बिचों के लड़का कहने लगा क्या इस लड़के नाल सानू रहना पएगा, ये बेसवा पुत्र है। सारे बिचों लड़के हसते पे ने, बड़ी गंभीरता नाल वो लड़का सबनों देखदा। गौतम ऋषि ने उसदे जात कर्म करते, जनेऊ इत्यादि धारण कराता, तिलक लगा दिता। और फिर गौतम ऋषि कहने लगे मैं तेनों शिष्य धारण करता, तेरी सत्यानिष्ठा के उपर मैं बड़ा प्रसन्न, लेकिन तेनों मेरे तो दूर रहना पड़ेगा। क्या तेनों मंजूर है? कहने महाराज मैंने तो गुरु की आज्ञा चाहिए। मंजूर होना ना होना ये तो मतलब ही नहीं कोई। आपकी आज्ञा चाहिए, जैसी आप आज्ञा करोगे वैसी ही आज्ञा मैं मनने वास्ते तैयार। कहते इस तरह करो, इतने 400 गावां ने साढ़े को, इन्हों लै जाओ जंगल में, जदों 1000 हो जान तो फिर वापस लैके आ जाए। ठीक है गुरुदेव, जैसे आपकी आज्ञा, मैं कल ही प्रस्थान करांगा। मत्था टेकिया गुरुदेव ने। गुरुदेव उठ के गए तो लड़के सारे कहने लगे मूर्ख है तुम, सानू भी गुरु ने कहा सी जाओ गऊआं चरा लियाओ, असी कोई ना कोई बहाना ला दिता, सानू पता नहीं गऊआं की करना है, किदां चराना है, किदां इन्हां दे बच्चे हो जान, किदां संभालने ने, असी नहीं जानते। टल मटोल करते रहे। फिर गुरु ने कहा ठीक है रहने दे। अज तो इदा बच गए भी जंगल जाएंगे कोई शेर आ जाए, गऊआं खा जाए, तन्नू खा जाए, फिर जे गऊ खा जाए तो कि ऋषि नू आके दसेगा भी गऊ ने शेर खा गया। हाँ मस्ती करनी जंगल बथेरा है। ये कहने लगा छुट गया, इतने वेद मंत्र याद करने पैंदे ने, वेद ग्रंथ शास्त्र पढ़ने पैंदे ने, याद करने पैंदे मंत्र भी सुनाने पैंदे ने। छुटकारा हो गया उसका, रात रात बैठ के रटते रहते हैं। वो कहने लगा मैनू तो गुरु की आज्ञा जैसे वैसा करना, जो कह वैसा ही करना। जे कह वेद मंत्र पढ़ो पढ़ांगा, कंठ करो तो भी करांगा। हाँ अगर गुरुदेव ने उन्हें आज्ञा दी है कि 400 गऊँ लै जाओ, 1000 हो जाए तो वापस आ जाओ, ये कहना कि दुबली पतलियां जी गऊँ ने मर जाएंगे उत्थे जाके, की करेंगा फिर? कहते इसका विचार मैं नहीं करना, मेरे गुरु ने हुक्म किया मैं बस वही करना। दूसरे ने सारी गवां लैके सत्याकाम निकल गए। सारा पिंड ने लंघ लिया, गवां नूं बड़े ध्यान नाल जांदा है। अगर जंगल गया घूमता सारे पासे जगह जगह कि कोई ऐसी जगह हो जिथे 400 गवां रह सकन और घाह भी होए, पानी भी होवे,
रहन बहन की व्यवस्था हो गऊँ की। अच्छा लभदे लभदे उन्हें एक जगह मिल गई, तो तालाब भी है और बड़ा खुला मैदान है, घाह बहुत है। बड़ा खुश होया, इत्थे गऊँ बड़े आनंद नाल रहणगीਆਂ। सब गऊँ उत्ते छड़िया, गऊँ भी प्रसन्न हो गई। पानी उत्ते खुला है, जिसे स्नान भी कर सकती गऊँ, पानी पीने का भी सुख है, और नाल ही घाह उत्थे बहुत है, हरियावल बहुत है। उन्हें भी उत्थे अपनी एक गुफा देख ली रहने वास्ते। उत्थे बैठदा, ध्यान लगांदा है, गऊँ नूं देखदा रहिंदा चरदियां नूं, ठीक चरदियां, कोई जानवर तो नहीं आ रहा नेड़े, कोई आ जाए तो हल्ला मचा दिंदा सी। इस तरह नाल हुण गऊँ दा बड़ा ध्यान रखदा है कि सब गऊँ ने घाह खा लिया, पानी पी लिया। आस्ते आस्ते हुण गऊँ दा झुंड वधदा जा रहा है। बड़ी मस्ती च ने गऊँ, बैल, बछेरे सब, क्योंकि बड़ा सोहना खाण नूं घाह मिलदा है, ताज़ा पानी पीण नूं मिलदा है, आराम नाल बड़ी जगह है। वो भी बड़ा खुश होंदा भी गुरुदेव दी गऊँ प्रफुल्लित हो रही ने, वधियां ने, और बड़ी सोहनी सेहत बन गई सारी गऊँ दी। एक दिन देखिया उन्हें, एक बैल बड़ी मस्ती करदा पिया, पूछ खड़ी करके सिंह जमीन ते पट्टी जांदा जमीन नूं। वो देख के बड़ा हैरान है, इस की चमत्कार है, बैल की करदा। अचानक बैल बोलन लग पिया, हैरान हो गया एकदम, ये कैसा चमत्कार है। बैल कहन लगा, तेरी सेवा ते असीं बड़े प्रसन्न हां। ये बैल वायुदेव है, बैल बन के बोलदा पिया कि वायुदेव ने भी इससे कृपा, क्योंकि देवता प्रसन्न हो जाते हैं, जोड़े कोई सेवा सिमरन वाले होंगे ने, देवता लोग उससे प्रसन्न हो जाते हैं। ते वायुदेव बैल विच प्रवेश करके उसनूं कहन लगा, असीं तेरे ते बहुत प्रसन्न हां। 1000 गऊँ हो चुकी ने, तो उन्हां नूं नाल ले जाके अपने गुरु कोल जा सकदा है। और मैं तैनूं एक ज्ञान की गल दस्सना, ईश्वरी ज्ञान दसना मैं तैनूं। कहंदे कहो आप दा हुक्म। कहंदे प्रकाश में चारों दिशा ने, और चारों दिशा प्रकाश में दे विच ईश्वर दा अंश व्यापक है। कहंदे ये तैनूं ज्ञान की गल दसदी। ने मत्था टेक दिता, ते अगला ज्ञान तैनूं अग्निदेव देणगे, और गऊँ लैके तुसीं वापस चले जाओ। सारी गऊँ ने इकट्ठियां कीतियां, बैल ने, बछेड़े ने, सारे नूं लैके हुण वापस शुरू हो गया। जिते शाम भी उत्थे यज्ञ करन लगा, जदों बैठ के अग्नि प्रज्वलित की ने, होम यज्ञ करदा, अग्निदेव प्रगट हो गए। अग्निदेव भी कहने लगे, मैं बड़ा संतुष्ट हाँ तेरी सेवा ते सिमरन ते प्रसन्न। तैनूं मैं ज्ञान की गल दस्सां। समुद्र, पृथ्वी, वायु, आकाश, ये भी उस परमेश्वर का अंश रूप है। इन्हें सारे परमेश्वर है। इस अगला ज्ञान तैनूं हंस देवेगा। इस तरह कह के अग्निदेव अदृश्य हो गए। अगले पड़ाव ते उसनूं जदों हवन करन लगा, हंस रूप उत्थे एकदम पक्षी आया। पक्षी नूं कहण लगा, मैं तैनूं ईश्वरी ज्ञान देण आया। सूर्य, चंद्र, अग्नि, बिजली, ये सारे ही उस परमेश्वर का अंश रूप ने। सच परमेश्वर व्यापक है। हंस इस तरह का ज्ञान दे के अलोप हो गया। कहते अगला ज्ञान तैनूं जल मुर्गी देगी, जल च रहने वाली एक मुर्गी देगी। पड़ा दर पड़ा रुकदा है, जिथे रात पैंदी उत्थे रुकदा है, और फिर उत्थे जदों हवन करदा है सवेरे शाम नूं, जद फिर उसने हवन किया उत्थे जल मुर्गी आ गई। इस प्राण देवता बोल रहे हैं। कह लगे प्राण, अखां, कन, नक, मन, ये भी अंश रूप परमेश्वर का। इस परमेश्वर ही निवास करते हैं। उन्हें उत्थे नमस्कार कर दी। बड़ी प्रसन्नता नाल इस तरह के नाल अपना रस्ता तय करते हुए 1000 गवां का झुंड लैके सत्यकाम वापस आ गए। गौतम ऋषि ने दूरों देखा, बड़े प्रसन्न हुए। कितने हृष्ट गवां ने, और पूरा
1000 ਗਊਆਂ ਨੂੰ ਲੈ ਕੇ ਆਇਆ। ਬੜੀ ਸੁੰਦਰ ਗਊਆਂ ਬਣੀਆਂ ਨੇ, ਜੰਗਲ ਦਾ ਘਾਹ ਖਾ ਕੇ, ਬੜੇ ਤਾਕਤਵਰ, ਬੜੇ ਸੁੰਦਰ ਚਮਕੀਲੇ ਸਰੀਰ ਬਣੇ ਦੇ ਨੇ। ਉਹ ਨਾਲ ਹੀ ਦੇਖਿਆ ਸਤਿਆਕਾਮ ਨੂੰ, ਕੈਸਾ ਤੇਜ ਉਸਦੇ ਚਿਹਰੇ ਤੇ ਨੂਰ ਹੈ, ਨੂਰੋ ਨੂਰ ਹੋ ਕੇ ਆਇਆ। ਆ ਕੇ ਨੂੰ ਗੁਰੂ ਨੇ ਪ੍ਰਣਾਮ ਕੀਤਾ। ਸਾਰੇ ਸ਼ਿਸ਼ ਇਕੱਠੇ ਹੋ ਗਏ ਇੱਕਦਮ। ਸਤਿਆਕਾਮ ਵਾਪਸ ਆ ਗਿਆ, ਕਈ ਸਾਲਾਂ ਬਾਅਦ ਵਾਪਸ ਆਇਆ। ਬੜੇ ਹੈਰਾਨ ਨੇ ਸਾਰੇ, ਕਿतना ਨੂਰ ਜਲਾਲ ਹੈ ਇਹਦੇ ਚਿਹਰੇ ਤੇ। ਆ ਕੇ ਨੇ ਪ੍ਰਣਾਮ ਕੀਤਾ। ਗੌਤਮ ਰਿਸ਼ੀ ਕਹਿਣ ਲੱਗੇ, ਜਿਹੜਾ ਤੇਰਾ ਚਿਹਰਾ ਦੱਸਦਾ ਹੈ ਤੂੰ ਕੋਈ ਗੁਰੂ ਸਿੱਖਿਆ ਪ੍ਰਾਪਤ ਕਰਕੇ ਆਇਆ, ਜਾਂ ਤੂੰ ਕੋਈ ਹੋਰ ਗੁਰੂ ਧਾਰਨ ਕੀਤਾ? ਕਹਿੰਦਾ ਨਹੀਂ ਦੇ ਗੁਰੂਦੇਵ, ਮੈਂ ਤੇ ਗੁਰੂ ਆਪ ਨੂੰ ਧਾਰਨ ਕੀਤਾ। ਹਾਂ, ਮੈਨੂੰ ਗਿਆਨ ਦਿੱਤਾ ਗਿਆ, ਲੇਕਿਨ ਮਨੁੱਖ ਨੇ ਨਹੀਂ ਦਿੱਤਾ। ਔਰ ਜਦੋਂ ਤੱਕ ਗਿਆਨ ਗੁਰੂ ਦੁਆਰਾ ਨਾ ਮਿਲੇ ਤਾਂ ਤੱਕ ਅਗਿਆਨ, ਉਹ ਗਿਆਨ ਵਿਅਰਥ ਹੁੰਦਾ। ਗਿਆਨ ਉਹੀ ਕੀਮਤੀ ਹੁੰਦਾ ਜਿਹੜਾ ਗੁਰੂ ਦੁਆਰਾ ਦਿੱਤਾ ਜਾਵੇ। ਤੇ ਜਦੋਂ ਤੱਕ ਆਪ ਗਿਆਨ ਮੈਨੂੰ ਨਹੀਂ ਦਿੰਦੇ, ਮੇਰਾ ਜਿਤਨਾ ਗਿਆਨ ਮੈਨੂੰ ਮਿਲਿਆ ਉਹ ਵਿਅਰਥ। ਆਪ ਇਸ ਨੂੰ ਕਿਰਪਾ ਕਰਕੇ ਸਕਰਤਾ ਕਰ ਦਿਓ। ਬੜੇ ਪ੍ਰੇਮ ਨਾਲ ਗੌਤਮ ਰਿਸ਼ੀ ਨੇ ਉਸ ਨੂੰ ਗਿਆਨ ਦਿੱਤਾ। ਉਹ ਸਾਰੇ ਸੇਵਕਾਂ ਨੂੰ ਕਹਿਣ ਲੱਗੇ, ਦੇਖੋ ਇਤਨੇ ਸਾਲ ਹੋ ਗਏ ਤੁਹਾਨੂੰ ਵਿਦਿਆ ਗ੍ਰਹਿਣ ਕਰਦੇ ਨੂੰ, ਲੇਕਿਨ ਤੁਸੀਂ ਵੇਦ ਮੰਤਰ ਹੀ ਯਾਦ ਕਰਦੇ ਪਏ ਹੋ। ਔਰ ਇਹ ਅਸਲ ਚੀਜ਼ ਨੂੰ ਪ੍ਰਾਪਤ ਕਰਕੇ ਆਇਆ, ਅਸਲ ਗਿਆਨ ਇਹਨੇ ਪ੍ਰਾਪਤ ਕੀਤਾ। ਤੁਸੀਂ ਸਾਰੇ ਰਾਤ ਵੇਦ ਸ਼ਾਸਤਰ ਗ੍ਰੰਥ ਹੀ ਪੜ੍ਹਦੇ ਰਹਿੰਦੇ ਹੋ, ਵੇਦ ਮੰਤਰ ਹੀ ਯਾਦ ਕਰਦੇ ਰਹੇ, ਲੇਕਿਨ ਇਸਨੇ ਉਸਨੂੰ ਧਾਰਨ ਕਰ ਲਿਆ। ਤੇ ਮੈਂ ਇਸ ਧਾਰਨਾ ਤੇ ਬਹੁਤ ਪ੍ਰਸੰਨ। ਇਸ ਕਰਕੇ ਮੈਂ ਹੁਣ ਇਹ ਆਸ਼ਰਮ ਦਾ ਸਥਾਨ ਦਾ ਕਾਰਜਭਾਰ ਇਹਨੂੰ ਸੌਂਪ ਕੇ ਤੇ ਮੈਂ ਆਪਣੀ ਤਪੱਸਿਆ ਨੂੰ ਜਾ ਰਿਹਾ। ਅੱਜ ਤੋਂ ਬਾਅਦ ਇਸ ਸਥਾਨ ਦਾ ਪ੍ਰਬੰਧ ਕਾਰਕੁਨ ਸਾਰਾ ਕੁਝ ਇਹੀ ਹੋਣਗੇ। ਉਹ ਸਾਰੇ ਲੜਕੇ ਬੜੇ ਹੈਰਾਨ ਹੋਏ ਨੇ, ਸਾਲਾਂ ਦੇ ਅਸੀਂ ਤੇ ਰਹਿੰਦੇ ਆ ਤੇ ਸਾਡੇ ਤੇ ਕਿਰਪਾ ਨਾ ਕੀਤੀ ਤੇ ਜਿਹੜਾ ਬੀਸਵਾ ਦਾ ਪੁੱਤਰ ਹੈ, ਔਰ 1-2 ਦਿਨ ਸਾਡੇ ਨਾਲ ਰਿਹਾ, ਉਸ ਨੂੰ ਜੰਗਲ ਭੇਜਤਾ। ਜੰਗਲ ਕਿਹੜੀ ਵਿਦਿਆ ਗ੍ਰਹਿਣ ਕਰਕੇ ਆ ਗਿਆ। और देखो कितना तेज और कितनी विद्वता है इससे कोल, किस तरह की ज्ञान ਦੀਆਂ ਗੱਲਾਂ ਕਰਦਾ। ਜੰਗਲ ਜੀ ਨੂੰ ਕੌਣ ਪੜਾਉਂਦਾ ਰਿਹਾ? ਗੌਤਮ ਰਿਸ਼ੀ ਦੱਸਣ ਲੱਗੇ, ਗੁਰੂ ਆਗਿਆ, ਇਹ ਗੁਰੂ ਆਗਿਆ ਦਾ ਤੇਜ ਹੈ ਇਸ ਦੇ ਚਿਹਰੇ ਤੇ, ਨੂਰ ਜਿਹੜਾ ਹੈ ਇਹ ਗੁਰੂ ਦੀ ਆਗਿਆ, ਇਹਨੇ ਗੁਰੂ ਦੀ ਆਗਿਆ ਪ੍ਰਸੰਨਤਾ ਨਾਲ ਮੰਨੀ ਹੈ, ਉਹਦੀ ਬਰਕਤ ਇਹਦੇ ਚਿਹਰੇ ਤੇ ਨੂਰ ਬਣ ਕੇ ਆਈ ਹੈ। ਇਸ ਕਰਕੇ ਅਸੀਂ ਇਹਨੂੰ ਆਪਣੇ ਸਥਾਨ ਤੇ ਉੱਤਰਾਧਿਕਾਰੀ ਘੋਸ਼ਿਤ ਕਰਦੇ ਹਾਂ। ਇਹਨਾਂ ਦਾ ਫਿਰ ਮਹਰਸ਼ੀ ਸਤਿਆਕਾਮ ਜਵਾਲ ਦਾ ਨਾਮ ਫਿਰ ਜਾਮਲੀ ਹੋਇਆ। ਬੜੇ ਉੱਚ ਕੋਟੀ ਦੇ ਮਹਰਸ਼ੀ ਹੋਏ, ਔਰ ਇਹਦੀ ਵਿਦਵਤਾ ਨੂੰ ਦੇਖ ਕੇ ਰਾਜਾ ਦਸ਼ਰਥ ਇਹਨੂੰ ਆਪਣੇ ਮਹਿਲਾਂ 'ਚ ਲੈ ਗਏ ਸਨ। ਰਾਜਾ ਦਸ਼ਰਥ ਦੇ ਮਹਿਲਾਂ ਦੇ ਵਿੱਚ ਇਹ ਗੁਰੂ ਦੇ ਸਥਾਨ ਤੇ ਇਹ ਵੀ ਪੂਜੇ ਜਾਂਦੇ ਸਨ। और ਜਦੋਂ ਭਗਵਾਨ ਰਾਮ ਨੂੰ ਬਨਵਾਸ ਹੋ ਗਿਆ, ਰਾਜਾ ਦਸ਼ਰਥ ਪਿੱਛੋਂ ਚੜਾਈ ਕਰ ਗਏ। ਉਸ ਵਕਤ ਭਰਤ ਦੇ ਨਾਲ ਮਿਲ ਕੇ ਇਹ ਮਹਰਸ਼ੀ ਸਤਿਆਕਾਮ ਜਾਮਵਲੀ ਵੀ ਨਾਲ ਗਏ ਸਨ ਭਗਵਾਨ ਰਾਮ ਨੂੰ ਵਾਪਸ ਲਿਆਉਣ ਵਾਸਤੇ। ਜਦੋਂ ਉੱਥੇ ਪਹੁੰਚੇ, ਮਿਲੇ, ਭਰਤ ਕਹਿਣ ਲੱਗੇ, ਦੇਖੋ ਪਿਤਾ ਦਾ ਸਵਰਗਵਾਸ ਹੋ ਗਿਆ, ਆਪ ਹੁਣ ਵਾਪਸ ਚਲੋ, ਅਯੋਧਿਆ ਦਾ ਰਾਜ ਸੰਭਾਲੋ। ਭਗਵਾਨ ਰਾਮ ਕਹਿਣਗੇ, ਅਸੀਂ ਤਾਂ ਜੋ ਬਚਨ ਹੈ ਉਹ ਨਿਭਾਣਾ ਹੈ। ਰਘੁਕੁਲ ਰੀਤ ਸਦਾ ਚਲੇ ਆਈ, ਪ੍ਰਾਣ ਜਾਏ ਪਰ ਬਚਨ ਨਾ ਜਾਏ। ਮਤਲਬ ਜੋ ਰੀਤ ਹੈ ਸਾਡੇ ਬਜ਼ੁਰਗਾਂ ਦੀ, ਮੈਂ ਤਾਂ ਉਹ ਨਿਭਾਣੀ ਹੈ। ਕਹਿੰਦਾ ਜ਼ਰੂਰ ਆਪ ਚਲੋ। ਉਸ ਲਈ ਜਾਮਲੀ ਸੀ ਨੇ ਵੀ ਭਗਵਾਨ ਰਾਮ ਨੂੰ ਸਮਝਾਇਆ, ਦੇਖੋ ਜਦੋਂ ਤੱਕ ਕੋਈ ਜੀਵ ਜਿੰਦਾ ਹੈ ਉਹਦੇ ਨਾਲ ਬਚਨ ਦਾ ਪਾਬੰਦ ਰਹਿਣਾ ਹੁੰਦਾ ਹੈ। ਰਾਜਾ ਦਸ਼ਰਥ ਤਾਂ ਹੁਣ ਸਵਰਗਵਾਸ ਹੋ ਗਏ ਤੇ ਬਚਨ ਉਹਨਾਂ ਦਾ ਖਤਮ ਹੋ ਗਿਆ, ਕਿਉਂਕਿ ਜਿੰਦੇ ਦਾ ਹੀ ਬਚਨ ਮੰਨਿਆ ਜਾਂਦਾ, ਜਿੰਦੇ ਦਾ ਬਚਨ ਹੁੰਦਾ। ਮ੍ਰਿਤੂ ਤੋਂ ਬਾਅਦ ਉਹ ਜੀਵ ਚਲਾ ਗਿਆ, ਹੁਣ ਕੌਣ ਕਿਹਦਾ ਪਿਤਾ, ਕੌਣ ਕਿਹਦਾ ਪੁੱਤਰ, ਉਹ ਆਤਮਾ ਵਿਛੜ ਗਈ। ਹੁਣ ਇਹ ਸੰਬੰਧ ਪਿਤਾ ਪੁੱਤਰ ਦਾ ਸਮਾਪਤ ਹੋ ਗਿਆ। ਤੇ ਜਦੋਂ ਤੱਕ ਜੀਵਨ ਹੈ
ਤਾਂ ਤੱਕ ਬਚਨ ਹੁੰਦਾ ਹੈ। ਤੇ ਜਦ ਜੀਵਨ ਸਮਾਪਤ ਹੋ ਗਿਆ ਤੇ ਬਚਨ ਚਲਾ ਗਿਆ, ਔਰ ਬਚਨ ਤਾਂ ਆਪਦੇ ਪਿਤਾ ਨੇ ਦਿੱਤਾ ਸੀ, ਤੇ ਪਿਤਾ ਹੈ ਨਹੀਂ। ਇਸ ਕਰਕੇ ਆਪ ਕਿਉਂਕਿ ਅਯੋਧਿਆ ਨਗਰੀ ਦੇ ਰਾਜਾ ਹੋ, ਔਰ ਅਯੋਧਿਆ ਨਗਰੀ ਦੀ ਸ਼ੋਭਾ ਤੁਹਾਡੇ ਨਾਲ ਹੈ। ਅਗਰ ਆਪ ਵਾਪਸ ਚਲੋਗੇ ਤਾਂ ਹੀ ਨਗਰੀ ਦੀ ਸ਼ੋਭਾ ਹੋਏਗੀ। ਇਸ ਕਰਕੇ ਆਪ ਇਹ ਖਿਆਲ ਨਾ ਕਰੋ ਔਰ ਵਾਪਸ ਚਲੋ। ਭਗਵਾਨ ਰਾਮ ਉਹਨਾਂ ਦੀ ਇਸ ਗੱਲ ਤੇ ਬੜੇ ਅਪ੍ਰਸੰਨ ਹੋਏ। ਕਹਿੰਦੇ ਸਾਡੇ ਪਿਤਾ ਨੇ ਤੁਹਾਨੂੰ ਉੱਥੇ ਰੱਖਿਆ ਰਾਜ ਮਹਿਲ ਦੇ ਵਿੱਚ, ਪਰ ਮੈਨੂੰ ਤੁਹਾਡੀ ਇਹ ਬਾਤ ਪਸੰਦ ਨਹੀਂ ਆਈ, ਕਿਉਂਕਿ ਯਥਾ ਰਾਜਾ ਤਥਾ ਪ੍ਰਜਾ। ਜੇ ਮੈਂ ਹੀ ਰਾਜਾ ਹੋਣ ਦੇ ਬਾਵਜੂਦ ਬਚਨ ਨੇ ਨਹੀਂ ਪਾਲਿਆ ਤੇ ਸਾਡੀ ਪ੍ਰਜਾ ਕੀ ਪਾਲੇਗੀ? ਉਹਨਾਂ ਨੂੰ ਕੀ ਉਪਦੇਸ਼ ਮਿਲੇਗਾ ਕਿ ਮੈਂ ਪਿਤਾ ਦਾ ਬਚਨ ਹੀ ਨਹੀਂ ਪਾਲਿਆ, ਤੇ ਪ੍ਰਜਾ ਵੀ ਵੈਸੇ ਹੀ ਬਣੇਗੀ। ਇਸ ਕਰਕੇ ਮੈਂ ਬਚਨ ਦੀ ਪਾਲਣਾ ਜ਼ਰੂਰ ਕਰਨੀ ਹੈ, ਔਰ ਮੈਂ ਜੋ ਬਚਨ ਹੈ ਉਹ ਪੂਰਾ ਪਾਲਣ ਕਰਕੇ ਹੀ ਵਾਪਸ ਆਵਾਂਗਾ। ਜਾਮਲੀ ਨੇ ਰਿਸ਼ੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਭਗਵਾਨ ਰਾਮ ਨੂੰ, ਲੇਕਿਨ ਭਗਵਾਨ ਰਾਮ ਉਸ ਦੇ ਇਸ ਗੱਲ ਤੇ ਪ੍ਰਸੰਨ ਨਹੀਂ ਹੋਏ ਕਿ ਆਪਨੇ ਠੀਕ ਬਾਤ ਨਹੀਂ ਮੈਨੂੰ ਕਹੀ, ਕਿਉਂਕਿ ਰਿਸ਼ੀ ਦਾ ਜੀਵਨ ਤਾਂ ਹੁੰਦਾ ਹੈ ਮਾਰਗ ਦੱਸਣ ਦਾ, ਤੇ ਤੁਸੀਂ ਮੈਨੂੰ ਮਾਰਗ ਤੋਂ ਹਟਾ ਰਹੇ ਹੋ। ਔਰ ਇਸ ਕਰਕੇ ਮਹਰਿਸ਼ੀ ਜਾਮਲੀ ਫਿਰ ਭਰਤ ਨਾਲ ਵਾਪਸ ਨਹੀਂ ਆਏ, ਉੱਥੇ ਹੀ ਬੈਠ ਕੇ ਤਪੱਸਿਆ ਕਰਦੇ ਰਹੇ। ਉਹਨਾਂ ਦੇ ਨਾਮ ਤੇ ਹੀ ਅੱਜ ਉੱਥੇ ਜਬਲਪੁਰ ਸ਼ਹਿਰ ਦਾ ਨਾਮ ਚੱਲਦਾ ਹੈ। ਜਬਲਪੁਰ ਜਿਹੜਾ ਸ਼ਹਿਰ ਹੈ ਜਾਮਲੀ ਰਿਸ਼ੀ ਦੇ ਨਾਮ ਤੇ ਹੈ। ਔਰ ਬੜਾ ਸਮਾਂ ਉੱਥੇ ਉਹਨਾਂ ਨੇ ਬੈਠ ਕੇ ਤਪੱਸਿਆ ਕੀਤੀ। ਜਦੋਂ ਭਗਵਾਨ ਰਾਮ ਵਾਪਸ ਆਏ, ਇੱਕ ਵਾਰੀ ਜਾਮਲੀ ਰਿਸ਼ੀ ਨੂੰ ਫਿਰ ਮਿਲਣ ਗਏ ਸਨ, ਔਰ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਜੋ ਬਚਨ ਹੈ ਉਹਦੀ ਪਾਲਣਾ ਜ਼ਰੂਰੀ ਹੈ। ਜੋ ਕੁਛ ਅਧਿਆਤਮਿਕ ਵਿਦਿਆ ਵੇਦਾਂ ਸ਼ਾਸਤਰਾਂ ਗ੍ਰੰਥਾਂ 'ਚ ਹੁੰਦੀ ਉਹਦੇ ਮੁਤਾਬਕ ਜੀਵਨ ਹੁੰਦਾ। ਜਾਮਲੀ ਕਹਿਣ ਲੱਗੇ ਦੇਖੋ, ਮੈਂ ਕੁਛ ਇੱਕ ਗੱਲਾਂ ਦੇ ਨਾਲ ਸਹਿਮਤ ਨਹੀਂ ਹਾਂ। ਜਿਸ ਤਰ੍ਹਾਂ ਕਿ ਨਾਲ ਸ਼ਰਾਧ ਕੀਤਾ ਜਾਂਦਾ, ਉਸ ਜੀਵ ਦੇ ਨਿਮਿਤ ਇੱਥੇ ਦਾਨ ਕੀਤਾ ਜਾਂਦਾ ਹੈ, ਭੋਜਨ ਕਰਾਇਆ ਜਾਂਦਾ ਹੈ ਬ੍ਰਾਹਮਣਾਂ ਨੂੰ। तो क्या अगर ऐसा ही ਹੁੰਦਾ ਹੋਏ, ਅਗਰ ਇਹ ਸੰਭਵ ਹੈ, ਤਾਂ ਫਿਰ ਕੋਈ ਪ੍ਰਦੇਸ਼ ਜਾ ਰਿਹਾ ਸਾਡਾ ਰਿਸ਼ਤੇਦਾਰ ਦੋਸਤ ਮਿੱਤਰ, ਤੇ ਉਹਦੀ ਜਗ੍ਹਾ ਅਸੀਂ ਕਿਤੇ ਨੂੰ ਇੱਥੇ ਭੋਜਨ ਕਰਾ ਦਈਏ, ਤੁਹਾਨੂੰ ਮਿਲ ਜਾਇਆ ਕਰੇ, ਉਹ ਸੰਤੁਸ਼ਟ ਹੋ ਜਾਏ ਉਹਦੇ ਬਾਹਰ ਜਾ ਕੇ। ਇੱਥੋਂ ਜਿਹੜਾ ਪ੍ਰਦੇਸ਼ ਗਿਆ ਉਹਦਾ ਫਿਰ ਸਾਨੂੰ ਡਰ ਹੀ ਨਹੀਂ ਰਹੇਗਾ, ਚਿੰਤਾ ਨਹੀਂ ਰਹੇਗੀ, ਅਸੀਂ ਉਹਦੇ ਨਾਂ 'ਤੇ ਇੱਥੇ ਕਿਸੇ ਨੂੰ ਭੋਜਨ ਕਰਾ ਦਿਆ ਕਰਾਂਗੇ ਤੇ ਉਹਨੂੰ ਮਿਲ ਜਾਇਆ ਕਰੇਗਾ। ਭਗਵਾਨ ਰਾਮ ਕਹਿੰਦੇ ਦੇਖੋ ਸ਼ਾਸਤਰ ਵੇਦਾਂ ਦੀ ਗੱਲਾਂ ਨੇ, ਪਰ ਜੋ ਕੁਝ ਹੈ ਅਸੀਂ ਉਹਦੇ ਮੁਤਾਬਕ ਜੀਵਨ ਚਲਾਉਂਦੇ। ਇਸ ਨਾਲ ਭਗਵਾਨ ਰਾਮ ਦੇ ਨਾਲ ਵੀ ਦਿਨ ਸੰਵਾਦ ਹੋਏ, ਤੇ ਮਹਰਿਸ਼ੀ ਸਤਿਆਕਾਮ, ਜਿਹਨੂੰ ਜਾਮਲੀ ਰਿਸ਼ੀ ਕਿਹਾ ਜਾਂਦਾ, ਵੇਸਵਾ ਦੇ ਪੁੱਤਰ ਹੋਏ, ਲੇਕਿਨ ਕਿਸਮਤ ਇਹਨਾਂ ਨੂੰ ਇੰਨਾ ਉੱਪਰ ਲੈ ਗਈ ਕਿ ਗੌਤਮ ਰਿਸ਼ੀ ਦੇ ਸਥਾਨ ਦੇ ਉੱਪਰ ਜਾ ਕੇ ਉਹਨਾਂ ਨੂੰ ਗੁਰੂ ਪਦ ਪ੍ਰਾਪਤ ਹੋਏ। ਇਸ ਕਰਕੇ ਕਹਿੰਦੇ ਨਾਮੇ ਨੂੰ ਲੋਚੇ ਜੇਤੀ ਸਭ ਆਈ। ਪਰਮੇਸ਼ਰ ਦੇ ਨਾਮ ਨੂੰ ਲੋਚਣ ਵਾਲੇ ਤੇ ਬਹੁਤ ਕੁਛ ਆਉਂਦੇ ਨੇ, ਉਹਦੇ ਬੜੇ ਚੇਲੇ ਬੈਠੇ ਸਨ, ਸਾਰੇ ਹੀ ਸੋਚ ਕੇ ਆਏ ਸਨ ਵੀ ਅਸੀਂ ਉੱਥੋਂ ਗੌਤਮ ਰਿਸ਼ੀ ਤੋਂ ਨਾਮਦਾਨ ਲੈਣਾ, ਨਾਮ ਤੇ ਨਾ ਮਿਲੇ ਤੁਰ ਪੂਰਬ ਕਮਾਈ। ਲੇਕਿਨ ਨਾਮ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਪੂਰਬ ਪਿਛਲੇ ਜਨਮਾਂ ਦੀ ਵੀ ਕਮਾਈ ਹੁੰਦੀ ਹੈ। ਬੇਸ਼ੱਕ ਬੇਸਵਾ ਦੇ ਪੁੱਤਰ ਸਨ, ਫਿਰ ਪਿਛਲੇ ਜਨਮ ਦੀ ਕਮਾਈ ਸੀ ਇਹਨਾਂ ਦੀ। ਜਿਨੇ ਨਾਮ ਪਾਇਆ ਸੇ ਬੜਾ ਭਾਗੀ, ਗੁਰ ਕੇ ਸ਼ਬਦ ਮਿਲਾਏਂਦਾ। ਬੜਿਆਂ ਭਾਗਾਂ ਵਾਲਿਆਂ ਨੂੰ ਨਾਮ ਦੀ ਪ੍ਰਾਪਤੀ, ਜਿਨੇ ਨਾਮ ਪਾਇਆ ਸੇ ਬੜਾ ਭਾਗੀ, ਗੁਰ ਕੇ ਸ਼ਬਦ ਮਿਲਾਏਂਦਾ। ਗੁਰੂ ਦੇ ਦੁਆਰਾ ਸ਼ਬਦ ਦਾ ਉਸਨੇ ਅਭਿਆਸ ਕੀਤਾ ਤੇ ਮਹਾਰਾਜ ਨੇ ਕਿਰਪਾ ਕੀਤੀ, ਗੁਰੂ ਨੇ, ਤੇ ਪਰਮੇਸ਼ਰ ਨਾਲ ਮਿਲਾ ਦਿੱਤਾ। ਕਾਇਆ ਕੋਟ ਅਤ ਅਪਾਰਾ, ਤਿਸ ਵਿੱਚ ਮੈਂ ਪ੍ਰਭ ਕਰੇ ਵਿਚਾਰਾ। ਇਹ ਜਿਹੜਾ ਸਰੀਰ ਹੈ ਕਾਇਆ ਕੋਟ, ਇਸ ਵਿੱਚ ਬੈਠ ਕੇ ਪਰਮੇਸ਼ਰ ਦਾ ਵਿਚਾਰ ਕੀਤਾ ਜਾਂਦਾ। ਸੱਚਾ ਨਿਆਉ ਸੱਚੋ ਵਾਪਾਰਾ, ਨਿਚਲ ਵਾਸਾ ਪਾਏਂਦਾ। ਇਸ ਤਰ੍ਹਾਂ ਦੀ ਨਿਸ਼ਚਲ ਅਵਸਥਾ ਨੂੰ ਜੀਵ ਪ੍ਰਾਪਤ ਕਰ ਲੈਂਦੇ ਨੇ।